प्यारे विद्यार्थियों, प्यार भरी सत श्री अकाल। मैं देसरा सिंह साइंस मास्टर सरकारी सीनियर सैकेंडरी स्मार्ट स्कूल कुलरियां जिला मानसा ਤੁਹਾਡੇ ਲਈ ਇੱਕ ਵੀਡੀਓ ਲੈਕਚਰ ਲੈ ਕੇ ਹਾਜ਼ਰ ਹਾਂ ਜਿਸ ਦਾ ਵਿਸ਼ਾ ਹੈ ਧਾਤਾਂ ਅਤੇ ਅਧਾਤਾਂ ਦੇ ਭੌਤਿਕ ਗੁਣ। ਪਿਆਰੇ ਵਿਦਿਆਰਥੀਓ, ਇਸ ਵੀਡੀਓ ਦੇ ਵਿੱਚ ਅਸੀਂ ਧਾਤਾਂ ਅਤੇ ਅਧਾਤਾਂ ਦੇ ਭੌਤਿਕ ਗੁਣਾਂ ਬਾਰੇ ਸਿੱਖਾਂਗੇ। ਤੁਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਇਹਨਾਂ ਪਦਾਰਥਾਂ ਨੂੰ ਜ਼ਰੂਰ ਦੇਖਿਆ ਹੋਵੇਗਾ। ਜਿਵੇਂ ਲੋਹਾ ਹੈ, ਇਸ ਲੋਹੇ ਦੀ ਜਿਹੜੀ ਦਿੱਖ ਹੈ ਇਹ ਚਮਕਦਾਰ ਹੁੰਦਾ ਹੈ ਅਤੇ ਇੱਕ ਕਠੋਰ ਪਦਾਰਥ ਹੈ। ਇਸੇ ਤਰ੍ਹਾਂ ਜਿਹੜਾ ਕੋਲਾ ਹੈ, ਕੋਲਾ ਇੱਕ ਮੱਧਮ ਜਿਹੀ ਦਿੱਖ ਦਾ ਪਦਾਰਥ ਹੁੰਦਾ ਹੈ ਅਤੇ ਇਹ ਕਠੋਰ ਨਹੀਂ ਹੁੰਦਾ। ਸਲਫਰ ਵੀ ਜਿਹੜਾ ਹੈ ਇਹ ਮੱਧਮ ਜਿਹੀ ਦਿੱਖ ਦਾ ਪਦਾਰਥ ਹੈ ਅਤੇ ਇਹ ਵੀ ਕਠੋਰ ਨਹੀਂ ਹੁੰਦਾ। ਪਰ ਜਿਹੜਾ ਐਲੂਮੀਨੀਅਮ ਹੈ, ਐਲੂਮੀਨੀਅਮ ਇੱਕ ਚਮਕਦਾਰ ਪਦਾਰਥ ਹੈ ਅਤੇ ਕਠੋਰ ਹੁੰਦਾ ਹੈ। ਤਾਂਬਾ ਵੀ ਚਮਕਦਾਰ ਹੈ ਅਤੇ ਕਠੋਰ ਹੈ। ਤਾਂ ਜਿਹੜੇ ਪਦਾਰਥਾਂ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਇਹ ਦਿੱਖ ਹੈ ਜਾਂ ਕਠੋਰਤਾ ਹੈ, ਇਹ ਉਹਨਾਂ ਪਦਾਰਥਾਂ ਦਾ ਭੌਤਿਕ ਗੁਣ ਹੈ। ਤਾਂ ਕਿਸੇ ਵੀ ਪਦਾਰਥ ਦੇ ਲਈ ਦਿੱਖ ਅਤੇ ਕਠੋਰਤਾ ਭੌਤਿਕ ਗੁਣ ਹੁੰਦੇ ਹਨ। ਤਾਂ ਇਸੇ ਤਰ੍ਹਾਂ ਦੇ ਕੁਝ ਹੋਰ ਭੌਤਿਕ ਗੁਣਾਂ ਦੇ ਆਧਾਰ ਤੇ ਅਸੀਂ ਅੱਜ ਧਾਤਾਂ ਅਤੇ ਅਧਾਤਾਂ ਦੇ ਵਿਚਕਾਰ ਅੰਤਰ ਸਪਸ਼ਟ ਕਰਨਾ ਸਿੱਖਾਂਗੇ। ਤਾਂ ਭੌਤਿਕ ਗੁਣ ਕਿਹੜੇ ਹੋ ਸਕਦੇ ਹਨ? ਤੁਸੀਂ ਆਪਣੀ ਸਾਹਮਣੇ ਇਸ ਸਕਰੀਨ ਦੇ ਉੱਤੇ ਦੇਖ ਰਹੇ ਹੋ। ਇਹਨਾਂ ਦੇ ਵਿੱਚ ਜਿਹੜੇ ਭੌਤਿਕ ਗੁਣਾਂ ਦੀ ਅਸੀਂ ਗੱਲ ਕਰਾਂਗੇ ਉਹ ਹੈ ਕੁਟੀਨ ਯੋਗਤਾ, ਖਿਚੀਣ ਯੋਗਤਾ, ਚਾਲਕਤਾ, ਕਠੋਰਤਾ, ਧੁਨਿਕ, ਦਿੱਖ ਅਤੇ ਅਵਸਥਾ। ਤਾਂ ਇਹ ਸਾਰੇ ਭੌਤਿਕ ਗੁਣ ਧਾਤਾਂ ਵਿੱਚ ਕਿਸ ਤਰ੍ਹਾਂ ਦੇ ਨੇ, ਅਧਾਤਾਂ ਵਿੱਚ ਕਿਸ ਤਰ੍ਹਾਂ ਦੇ ਨੇ, ਉਹ ਅਸੀਂ ਨਾਲ-ਨਾਲ ਡਿਸਕਸ ਕਰਾਂਗੇ। ਧਾਤਾਂ ਅਤੇ ਅਧਾਤਾਂ ਦੋਨਾਂ ਨੂੰ ਇਕੱਠਾ ਹੀ ਲੈ ਕੇ ਚੱਲਾਂਗੇ ਤਾਂ ਕਿ ਤੁਹਾਨੂੰ ਇਹਨਾਂ ਦੋਨਾਂ ਦੇ ਦਰਮਿਆਨ ਕੋਈ ਕਨਫਿਊਜ਼ਨ ਨਾ ਰਹੇ, ਤੁਹਾਨੂੰ ਇਹ ਕਲੀਅਰ ਹੁੰਦਾ ਰਹੇ ਕਿ ਕਿਹੜਾ ਗੁਣ ਧਾਤਾਂ ਦੇ ਵਿੱਚ ਕਿਸ ਤਰ੍ਹਾਂ ਹੈ, ਅਧਾਤਾਂ ਵਿੱਚ ਉਹ ਗੁਣ ਕਿਸ ਤਰ੍ਹਾਂ ਹੁੰਦਾ ਹੈ। ਤਾਂ ਸਭ ਤੋਂ ਪਹਿਲਾ ਗੁਣ ਦੇਖੋ, ਕੁਟੀਨ ਯੋਗਤਾ। ਤਾਂ ਕੁਟੀਨ ਯੋਗਤਾ ਦਾ ਕੀ ਮਤਲਬ ਹੈ? ਧਾਤਾਂ ਨੂੰ ਜਦੋਂ ਹਥੌੜੇ ਦੀ ਮਦਦ ਨਾਲ ਕੁੱਟ-ਕੁੱਟ ਕੇ ਚਾਦਰਾਂ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਭਾਵ ਇਹ ਉਹ ਗੁਣ ਹੈ ਜਦੋਂ ਅਸੀਂ ਕਿਸੇ ਧਾਤ ਦੇ ਟੁਕੜੇ ਨੂੰ ਹਥੌੜੇ ਦੀ ਮਦਦ ਦੇ ਨਾਲ ਕੁੱਟਦੇ ਹਾਂ ਔਰ ਕੁੱਟ-ਕੁੱਟ ਕੇ ਉਸ ਨੂੰ ਚਾਦਰਾਂ ਦੇ ਰੂਪ ਵਿੱਚ ਬਦਲ ਸਕਦੇ ਹਾਂ, ਉਸ ਗੁਣ ਨੂੰ ਕੁਟੀਨ ਯੋਗਤਾ ਕਿਹਾ ਜਾਂਦਾ ਹੈ। ਔਰ ਇਹ ਧਾਤਾਂ ਦੇ ਵਿੱਚ ਕੁਟੀਨ ਯੋਗਤਾ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਆਪਣੇ ਆਲੇ ਦੁਆਲੇ ਦੇਖਿਆ ਹੋਵੇਗਾ ਕਿ ਜੋ ਲੋਹਾਰ ਹੁੰਦੇ ਹਨ ਉਹ ਲੋਹੇ ਦੇ ਕਿਸੇ ਟੁਕੜੇ ਨੂੰ ਗਰਮ ਕਰਕੇ ਉਸ ਨੂੰ ਹਥੌੜੇ ਦੀ ਮਦਦ ਨਾਲ ਕੁੱਟਦੇ ਹਨ, ਜਿਵੇਂ ਕਿ ਤੁਸੀਂ ਇਸ ਚਿੱਤਰ ਵਿੱਚ ਦੇਖ ਰਹੇ ਹੋ। ਔਰ ਉਸ ਨੂੰ ਪਤਲਾ ਕਰਕੇ ਚਾਦਰ ਦੀ ਸ਼ਕਲ ਦੇ ਲੈਂਦੇ ਨੇ ਅਤੇ ਇਸ ਨੂੰ ਵਰਤ ਕੇ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਬਣਾਉਂਦੇ ਹਨ। ਪਰ ਜੇ ਅਸੀਂ ਅਧਾਤਾਂ ਦੀ ਗੱਲ ਕਰੀਏ ਤਾਂ ਜਿਹੜੀ ਕੁਟੀਨ ਯੋਗਤਾ ਹੈ ਅਧਾਤਾਂ ਦੇ ਵਿੱਚ ਉਹ ਬਹੁਤ ਨਾਮਾਤਰ ਹੈ। ਅਧਾਤਾਂ ਕੁੱਟਣ ਯੋਗ ਨਹੀਂ ਹੁੰਦੀਆਂ। ਜੇ ਅਸੀਂ ਹਥੌੜੇ ਨਾਲ ਕੁੱਟਣ ਦੀ ਕੋਸ਼ਿਸ਼ ਵੀ ਕਰਦੇ ਹਾਂ ਤਾਂ ਇਹ ਭੁਰ ਜਾਂਦੀਆਂ ਹਨ। ਤਾਂ ਇਹ ਪਹਿਲਾ ਜਿਹੜਾ ਭੌਤਿਕ ਗੁਣ ਹੈ ਇਹ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ। ਧਾਤਾਂ ਦੇ ਵਿੱਚ ਕੁਟੀਨ ਯੋਗਤਾ ਹੁੰਦੀ ਹੈ। ਇਹਨਾਂ ਨੂੰ ਕੁੱਟ-ਕੁੱਟ ਕੇ ਚਾਦਰਾਂ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਪਰ ਜਿਹੜੀਆਂ ਅਧਾਤਾਂ ਨੇ ਉਹ ਕੁੱਟਣ ਯੋਗ ਨਹੀਂ ਹੁੰਦੀਆਂ। ਇਹਨਾਂ ਨੂੰ ਹਥੌੜੇ ਨਾਲ ਕੁੱਟਣ ਤੇ ਇਹ ਭੁਰ ਜਾਂਦੀਆਂ ਨੇ। ਇਸ ਭੌਤਿਕ ਗੁਣ ਦੇ ਲਈ
ਇੱਕ ਕਿਰਿਆ ਦੁਆਰਾ ਵੀ ਤੁਸੀਂ ਇਸ ਨੂੰ ਸਮਝ ਸਕਦੇ ਹੋ। ਤੁਹਾਡੇ ਘਰ ਦੇ ਵਿੱਚ ਲੋਹੇ ਦੀਆਂ ਕੁਝ ਕਿੱਲਾਂ, ਕੁਝ ਤਾਂਬੇ ਦੀ ਕੋਈ ਤਾਰ, ਐਲੂਮੀਨੀਅਮ ਦਾ ਕੋਈ ਟੁਕੜਾ, ਗੰਧਕ ਦਾ ਕੋਈ ਟੁਕੜਾ ਜਾਂ ਕੋਲੇ ਦੇ ਕੁਝ ਟੁਕੜੇ ਹੋਣਗੇ, ਉਹਨਾਂ ਨੂੰ ਇਕੱਠਾ ਕਰ ਲਵੋ। ਇੱਕ ਹਥੌੜੇ ਦੀ ਮਦਦ ਦੇ ਨਾਲ ਇਹਨਾਂ ਸਭ ਨੂੰ ਕੁੱਟਣ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਕੀ ਦੇਖੋਗੇ ਕਿ ਜੋ ਲੋਹੇ ਦੀ ਮੇਖ ਸੀ, ਤਾਂਬੇ ਦੀ ਤਾਰ ਸੀ ਜਾਂ ਐਲੂਮੀਨੀਅਮ ਦਾ ਟੁਕੜਾ ਸੀ, ਉਹ ਤੁਹਾਡੇ ਹਥੌੜੇ ਨਾਲ ਜਦੋਂ ਤੁਸੀਂ ਉਸ ਨੂੰ ਕੁੱਟਿਆ ਤਾਂ ਉਹ ਚਾਦਰ ਦਾ ਰੂਪ ਲੈ ਲੈਂਦਾ ਹੈ। ਤਾਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਧਾਤਾਂ ਦੇ ਟੁਕੜੇ ਹਨ। ਪਰ ਦੂਜੀ ਤਰਫ ਜਦੋਂ ਤੁਸੀਂ ਕੋਲੇ ਨੂੰ ਕੁੱਟਣ ਦੀ ਕੋਸ਼ਿਸ਼ ਕਰੋਗੇ ਜਾਂ ਗੰਧਕ ਨੂੰ ਕੁੱਟਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਭੁਰ ਜਾਣਗੇ, ਭਾਵ ਉਹ ਧਾਤਾਂ ਹਨ ਤੇ ਜੋ ਚਾਦਰ ਦਾ ਰੂਪ ਲੈ ਲੈਂਦੇ ਹਨ ਉਹ ਧਾਤਾਂ ਹਨ। ਇਸ ਕਿਰਿਆ ਨੂੰ ਕਰਨ ਲੱਗੇ ਤੁਸੀਂ ਸਾਵਧਾਨੀ ਵਰਤਣੀ ਹੈ ਤਾਂ ਕਿ ਜਿਹੜਾ ਹਥੌੜਾ ਹੈ ਉਹ ਤੁਹਾਡੇ ਹੱਥ ਦੇ ਉੱਤੇ ਨਾ ਲੱਗੇ। ਤਾਂ ਧਿਆਨਪੂਰਵਕ ਇਸ ਕਿਰਿਆ ਨੂੰ ਕਰਨਾ ਹੈ। ਅਗਲਾ ਜਿਹੜਾ ਗੁਣ ਹੈ, ਭੌਤਿਕ ਗੁਣ ਹੈ, ਉਹ ਗੁਣ ਹੈ ਖਿੱਚਣ ਯੋਗਤਾ। ਧਾਤਾਂ ਖਿੱਚਣ ਯੋਗ ਹੁੰਦੀਆਂ ਹਨ। ਧਾਤਾਂ ਨੂੰ ਖਿੱਚ ਕੇ ਤਾਰਾਂ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਤੁਹਾਡੇ ਘਰ ਤੁਸੀਂ ਬਹੁਤ ਤਰ੍ਹਾਂ ਦੀਆਂ ਤਾਰਾਂ ਦੇਖੀਆਂ ਹੋਣਗੀਆਂ, ਜਿਵੇਂ ਤੁਸੀਂ ਇਸ ਚਿੱਤਰ ਦੇ ਵਿੱਚ ਦੇਖ ਰਹੇ ਹੋ। ਕੁਝ ਪਤਲੀਆਂ ਤਾਰਾਂ ਹੁੰਦੀਆਂ ਹਨ, ਕੁਝ ਮੋਟੀਆਂ ਹੁੰਦੀਆਂ ਹਨ। ਤਾਂ ਜਿਹੜੀਆਂ ਧਾਤਾਂ ਹੁੰਦੀਆਂ ਨੇ, ਜੇ ਅਸੀਂ ਉਹਨਾਂ ਨੂੰ ਕਿਸੇ ਮਸ਼ੀਨ ਦੀ ਸਹਾਇਤਾ ਦੇ ਨਾਲ ਖਿੱਚੀਏ ਤਾਂ ਉਹ ਤਾਰਾਂ ਦੇ ਵਿੱਚ ਬਦਲ ਜਾਂਦੀਆਂ ਨੇ। ਤਾਂ ਭਾਵ ਇਹ ਧਾਤਾਂ ਦਾ ਦੂਸਰਾ ਗੁਣ ਹੈ ਖਿੱਚਣ ਯੋਗਤਾ। ਜਿਹੜੀਆਂ ਅਧਾਤਾਂ ਨੇ, ਅਧਾਤਾਂ ਦੇ ਵਿੱਚ ਖਿੱਚਣ ਯੋਗਤਾ ਦਾ ਜਿਹੜਾ ਗੁਣ ਹੈ ਉਹ ਨਾ ਮਾਤਰ ਹੁੰਦਾ ਹੈ। ਅਧਾਤਾਂ ਨੂੰ ਖਿੱਚਿਆ ਨਹੀਂ ਜਾ ਸਕਦਾ। ਜੇ ਖਿੱਚਣ ਦੀ ਕੋਸ਼ਿਸ਼ ਵੀ ਕਰਦੇ ਹਾਂ ਤਾਂ ਇਹ ਟੁੱਟ ਜਾਂਦੀਆਂ ਨੇ। ਜਿਵੇਂ ਅਸੀਂ ਸਲਫਰ ਦੀ ਜਿਹੜੀ ਉਦਾਹਰਨ ਲਈਏ ਤਾਂ ਸਲਫਰ ਨੂੰ ਜਦੋਂ ਅਸੀਂ ਖਿੱਚਦੇ ਹਾਂ ਤਾਂ ਇਹ ਟੁੱਟ ਜਾਂਦਾ ਹੈ। ਭਾਵ ਧਾਤਾਂ ਖਿੱਚਣ ਯੋਗ ਹੁੰਦੀਆਂ ਹਨ, ਅਧਾਤਾਂ ਖਿੱਚਣ ਯੋਗ ਨਹੀਂ ਹੁੰਦੀਆਂ। ਦੂਸਰਾ ਜਿਹੜਾ ਭੌਤਿਕ ਗੁਣ ਸੀ ਇਹ। ਅਗਲਾ ਜਿਹੜਾ ਗੁਣ ਹੈ ਧਾਤਾਂ ਅਤੇ ਅਧਾਤਾਂ ਦਾ, ਉਹ ਹੈ ਚਾਲਕਤਾ। ਚਾਲਕਤਾ ਦਾ ਕੀ ਮਤਲਬ ਹੁੰਦਾ ਹੈ? ਚਾਲਕਤਾ ਦਾ ਭਾਵ ਇਹ ਹੈ ਕਿ ਕੋਈ ਪਦਾਰਥ ਬਿਜਲੀ ਧਾਰਾ ਦਾ ਚਾਲਨ ਕਰਦਾ ਹੈ ਜਾਂ ਨਹੀਂ। ਜਿਹੜੇ ਪਦਾਰਥ ਬਿਜਲੀ ਧਾਰਾ ਦਾ ਚਾਲਨ ਕਰਦੇ ਹਨ ਉਹਨਾਂ ਨੂੰ ਅਸੀਂ ਸੁਚਾਲਕ ਬੋਲਦੇ ਹਾਂ, ਔਰ ਜਿਹੜੇ ਪਦਾਰਥ ਬਿਜਲੀ ਧਾਰਾ ਦਾ ਸੰਚਾਲਨ ਨਹੀਂ ਕਰਦੇ, ਆਪਣੇ ਵਿੱਚੋਂ ਦੀ ਬਿਜਲੀ ਧਾਰਾ ਨੂੰ ਨਹੀਂ ਲੰਘਣ ਦਿੰਦੇ, ਉਹਨਾਂ ਨੂੰ ਕੁਚਾਲਕ ਕਿਹਾ ਜਾਂਦਾ ਹੈ। ਤਾਂ ਇਸ ਗੁਣ ਦੇ ਆਧਾਰ ਤੇ ਜੇ ਅਸੀਂ ਧਾਤਾਂ ਦੀ ਗੱਲ ਕਰੀਏ ਤਾਂ ਧਾਤਾਂ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ। ਅਧਾਤਾਂ ਤਾਪ ਅਤੇ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ, ਸਿਰਫ ਗ੍ਰੇਫਾਈਟ ਤੋਂ ਬਿਨਾਂ। ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਗ੍ਰੇਫਾਈਟ ਹੈ ਇਹ ਅਧਾਤ ਹੋਣ ਦੇ ਬਾਵਜੂਦ ਵੀ ਇਹਦੇ ਵਿੱਚੋਂ ਦੀ ਜਿਹੜੀ ਬਿਜਲੀ ਹੈ ਉਹ ਲੰਘ ਸਕਦੀ ਹੈ। ਇਸ ਭੌਤਿਕ ਗੁਣ ਨੂੰ ਵੀ ਅਸੀਂ ਇੱਕ ਕਿਰਿਆ ਰਾਹੀਂ ਸਿੱਧ ਕਰ ਸਕਦੇ ਹਾਂ। ਇਸ ਕਿਰਿਆ ਨੂੰ ਬਣਾਉਣ ਦੇ ਲਈ ਬੜਾ ਸਿੰਪਲ ਜਿਹਾ ਸਮਾਨ ਚਾਹੀਦਾ ਹੈ, ਜਿਹੜਾ ਤੁਹਾਡੇ ਘਰ ਦੇ ਵਿੱਚ ਵੀ ਤੁਹਾਨੂੰ ਮਿਲ ਜਾਵੇਗਾ। ਕੀ ਕਰਨਾ ਹੈ? ਤੁਸੀਂ ਇੱਕ ਸੈੱਲ ਲੈਣਾ ਹੈ, ਇੱਕ ਬਲਬ ਲੈਣਾ ਹੈ, ਤਾਰਾਂ ਦੇ ਕੁਝ ਟੁਕੜੇ ਲੈਣੇ ਹਨ। ਉਸ ਨੂੰ ਇਸ ਚਿੱਤਰ ਵਿੱਚ ਦਿਖਾਏ ਅਨੁਸਾਰ ਜੋੜਨਾ ਹੈ। ਜਿਵੇਂ ਜਿਹੜਾ ਇਸ ਸੈੱਲ ਦਾ ਇੱਕ ਟਰਮੀਨਲ ਸੀ, ਉਸ ਨੂੰ ਤੁਸੀਂ ਬਲਬ ਦੇ ਨਾਲ ਜੋੜ ਲੈਣਾ ਹੈ। ਬਲਬ ਦਾ ਜਿਹੜਾ ਦੂਸਰਾ ਟਰਮੀਨਲ ਹੈ ਉਸ ਨੂੰ ਤੁਸੀਂ ਖਾਲੀ ਛੱਡ ਲੈਣਾ ਹੈ। ਔਰ ਇੱਕ ਜਿਹੜਾ ਸੈੱਲ ਦਾ ਦੂਜਾ ਸਿਰਾ ਸੀ ਉਹ ਵੀ ਤੁਸੀਂ ਖਾਲੀ ਛੱਡਣਾ ਹੈ। ਤਾਂ ਇਹ ਤੁਹਾਡਾ ਇੱਕ ਬਿਜਲੀ ਟੈਸਟਰ ਤਿਆਰ ਹੋ ਗਿਆ। ਇਸ ਟੈਸਟਰ ਦੀ ਸਹਾਇਤਾ ਦੇ ਨਾਲ ਉਹਨਾਂ ਪਦਾਰਥਾਂ ਦਾ ਪਤਾ ਕੀਤਾ ਜਾ ਸਕਦਾ ਹੈ ਜੋ ਬਿਜਲੀ ਧਾਰਾ ਦਾ ਚਾਲਨ ਕਰਦੇ ਹਨ। ਹੁਣ ਜਿਵੇਂ ਇੱਥੇ ਅਸੀਂ ਇੱਕ ਮੇਖ ਲਗਾਈ ਹੈ, ਲੋਹੇ ਦੀ ਮੇਖ ਹੈ, ਤਾਂ ਜਦੋਂ ਅਸੀਂ ਲੋਹੇ ਦੀ ਮੇਖ ਲਗਾਈ ਤਾਂ ਇਸ ਸਰਕਟ ਦੇ ਥਰੂ ਇਹ ਜਿਹੜਾ ਇਹਦਾ ਬਿਜਲੀ ਪਾਸਿਓ ਪੂਰਾ ਹੋ ਗਿਆ ਤੇ ਇਹ ਬੱਲਬ ਹੈ ਜਿਹੜਾ ਉਹ ਜਗਣਾ ਸ਼ੁਰੂ ਹੋ ਗਿਆ।
ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਲੋਹੇ ਦੀ ਮੇਖ ਹੈ ਉਹ ਬਿਜਲੀ ਧਾਰਾ ਦੀ ਸੁਚਾਲਕ ਹੈ। ਪਰ ਜੇ ਅਸੀਂ ਇਸੇ ਦੀ ਥਾਂ ਤੇ ਕੋਈ ਲੱਕੜ ਦਾ ਟੁਕੜਾ ਲਗਾ ਦਈਏ ਤਾਂ ਹੁਣ ਇਸ ਲੱਕੜ ਦੇ ਟੁਕੜੇ ਦੇ ਵਿੱਚੋਂ ਦੀ ਬਿਜਲੀ ਧਾਰਾ ਦਾ ਜਿਹੜਾ ਚਾਲਨ ਹੈ ਉਹ ਨਹੀਂ ਹੁੰਦਾ ਅਤੇ ਉਹ ਬਲਬ ਨਹੀਂ ਜਗਦਾ। ਤਾਂ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਲੱਕੜ ਹੈ ਇਹ ਇੱਕ ਕੁਚਾਲਕ ਹੈ। ਤਾਂ ਇਸ ਟੈਸਟਰ ਦੀ ਸਹਾਇਤਾ ਦੇ ਨਾਲ ਅਸੀਂ ਵੱਖ-ਵੱਖ ਵਸਤੂਆਂ ਦੀ ਟੈਸਟਿੰਗ ਕਰ ਸਕਦੇ ਹਾਂ ਕਿ ਉਹ ਬਿਜਲੀ ਧਾਰਾ ਦੀ ਸੁਚਾਲਕ ਹੈ ਜਾਂ ਕੁਚਾਲਕ, ਅਤੇ ਉਸ ਆਧਾਰ ਤੇ ਅਸੀਂ ਉਹਨਾਂ ਨੂੰ ਧਾਤਾਂ ਅਤੇ ਅਧਾਤਾਂ ਦੇ ਵਿੱਚ ਬਦਲ ਸਕਦੇ ਹਾਂ, ਮਤਲਬ ਸਪਸ਼ਟ ਕਰ ਸਕਦੇ ਹਾਂ। ਤਾਂ ਕੁਝ ਪਦਾਰਥਾਂ ਦਾ ਅਸੀਂ ਆਪਣੀ ਡੇਲੀ ਲਾਈਫ ਚੋਂ ਟੈਸਟ ਕਰਕੇ ਦੇਖ ਸਕਦੇ ਹਾਂ। ਤਾਂ ਅਸੀਂ ਕੀ ਦੇਖਿਆ ਕਿ ਜੇ ਅਸੀਂ ਟੈਸਟਰ ਦੀ ਸਹਾਇਤਾ ਦੇ ਨਾਲ ਦੇਖੀਏ ਤਾਂ ਜਿਹੜਾ ਸੋਨਾ ਹੈ ਉਸ ਵਿੱਚੋਂ ਦੀ ਬਿਜਲੀ ਧਾਰਾ ਦਾ ਚਾਲਨ ਹੋ ਜਾਂਦਾ ਹੈ, ਭਾਵ ਸੋਨਾ ਬਿਜਲੀ ਦਾ ਸੁਚਾਲਕ ਹੈ, ਇਸ ਲਈ ਅਸੀਂ ਉਸ ਨੂੰ ਧਾਤਾਂ ਦੇ ਵਿੱਚ ਗਿਣਦੇ ਹੁੰਦੇ ਹਾਂ। ਪਰ ਜੇ ਅਸੀਂ ਗੰਧਕ ਦੀ ਗੱਲ ਕਰੀਏ, ਸਲਫਰ ਦੀ ਗੱਲ ਕਰੀਏ, ਤਾਂ ਜਿਹੜਾ ਇਹ ਸਲਫਰ ਹੈ ਜਦੋਂ ਅਸੀਂ ਇਸ ਦਾ ਟੈਸਟਰ ਦੀ ਸਹਾਇਤਾ ਦੇ ਨਾਲ ਅਸੀਂ ਇਸ ਨੂੰ ਦੇਖਿਆ ਤਾਂ ਇਸ ਵਿੱਚੋਂ ਦੀ ਬਿਜਲੀ ਧਾਰਾ ਦਾ ਚਾਲਨ ਨਹੀਂ ਹੋਇਆ, ਇਸ ਲਈ ਅਸੀਂ ਇਸ ਨੂੰ ਕੁਚਾਲਕ ਬੋਲਦੇ ਹਾਂ। ਜੇ ਤਾਂਬੇ ਦੀ ਤਾਰ ਦੀ ਗੱਲ ਕਰੀਏ ਤਾਂ ਉਸ ਵਿੱਚੋਂ ਦੀ ਬਿਜਲੀ ਧਾਰਾ ਲੰਘ ਜਾਂਦੀ ਹੈ, ਤਾਂ ਉਹ ਵੀ ਇੱਕ ਬਿਜਲੀ ਧਾਰਾ ਦਾ ਸੁਚਾਲਕ ਹੁੰਦਾ ਹੈ। ਹੁਣ ਅਸੀਂ ਪੈਨਸਿਲ ਨਾਲ ਇਹ ਟੈਸਟ ਕੀਤਾ। ਪੈਨਸਿਲ ਦੇ ਵਿੱਚ ਜਿਹੜਾ ਕਾਲੇ ਰੰਗ ਦਾ ਸਿੱਕਾ ਹੈ ਅਸੀਂ ਉਸ ਨਾਲ ਟੈਸਟਰ ਦੀਆਂ ਦੋਨੋਂ ਤਾਰਾਂ ਨੂੰ ਟੱਚ ਕੀਤਾ, ਅਸੀਂ ਦੇਖਿਆ ਕਿ ਜਿਹੜਾ ਬਲਬ ਸੀ ਉਹ ਜਗਣਾ ਸ਼ੁਰੂ ਹੋ ਗਿਆ। ਔਰ ਜੇ ਹੀਰੇ ਦੀ ਗੱਲ ਕੀਤੀ ਅਸੀਂ, ਹੀਰੇ ਨਾਲ ਜਿਹੜਾ ਹੈ ਉਹ ਬਿਜਲੀ ਧਾਰਾ ਦਾ ਸੰਚਾਲਨ ਨਹੀਂ ਹੋਇਆ ਤੇ ਉਹ ਕੁਚਾਲਕ ਦੀ ਤਰ੍ਹਾਂ ਉਸਨੇ ਬਿਹੇਵ ਕੀਤਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸੋਨਾ ਹੈ, ਤਾਂਬੇ ਦੀ ਤਾਰ ਹੈ, ਇਹ ਧਾਤਾਂ ਨੇ, ਪਰ ਜਿਹੜਾ ਪੈਨਸਿਲ ਹੈ ਇਹ ਅਧਾਤ ਸੀ। ਇਹਦੇ 'ਚ ਜਿਹੜਾ ਕਾਲੇ ਰੰਗ ਦਾ ਸਿੱਕਾ ਹੈ ਉਹ ਗ੍ਰੇਫਾਈਟ ਦਾ ਬਣਿਆ ਹੋਇਆ ਹੈ। ਤਾਂ ਇਹ ਇੱਕ ਇੱਥੇ ਜਿਹੜਾ ਅਸਧਾਰਨ ਕੇਸ ਹੁੰਦਾ ਹੈ। ਇਹਦੇ ਵਿੱਚ ਗੰਧਕ ਹੈ, ਹੀਰਾ ਹੈ, ਇਹ ਵੀ ਅਧਾਤਾਂ ਨੇ। ਤਾਂ ਇਸ ਤਰ੍ਹਾਂ ਅਸੀਂ ਚਾਲਕਤਾ ਦੇ ਆਧਾਰ ਤੇ ਵੀ ਧਾਤਾਂ ਅਤੇ ਅਧਾਤਾਂ ਦੇ ਵਿਚਕਾਰ ਅੰਤਰ ਹੈ ਜਿਹੜਾ ਉਹ ਪਤਾ ਕਰ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਇਹ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਸ ਤੋਂ ਅਗਲਾ ਜਿਹੜਾ ਗੁਣ ਹੈ ਉਹ ਹੈ ਕਠੋਰਤਾ। ਤਾਂ ਜੇ ਅਸੀਂ ਧਾਤਾਂ ਦੇ ਸੰਦਰਭ ਦੇ ਵਿੱਚ ਗੱਲ ਕਰੀਏ, ਧਾਤਾਂ ਆਮ ਤੌਰ ਤੇ ਕਠੋਰ ਹੁੰਦੀਆਂ ਹਨ। ਆਮ ਤੌਰ ਤੇ ਧਾਤਾਂ ਕਠੋਰ ਨੇ, ਪਰ ਸਿਰਫ ਇੱਕ ਪੋਟਾਸ਼ੀਅਮ ਅਤੇ ਇੱਕ ਸੋਡੀਅਮ, ਇਹ ਦੋ ਧਾਤਾਂ ਨੇ ਜਿਹੜੀਆਂ ਨਰਮ ਧਾਤਾਂ ਨੇ। ਇਹ ਇੰਨੀਆਂ ਨਰਮ ਨੇ ਕਿ ਅਸੀਂ ਇਹਨਾਂ ਨੂੰ ਚਾਕੂ ਦੀ ਸਹਾਇਤਾ ਦੇ ਨਾਲ ਕੱਟ ਸਕਦੇ ਹਾਂ। ਔਰ ਇਹ ਧਾਤਾਂ ਜ਼ਿਆਦਾ ਕਿਰਿਆਸ਼ੀਲ ਵੀ ਨੇ, ਪਰ ਬਾਕੀ ਸਾਰੀਆਂ ਧਾਤਾਂ ਜਿਹੜੀਆਂ ਨੇ ਉਹ ਕਠੋਰ ਹੁੰਦੀਆਂ ਨੇ। ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਪੁਲਾਂ ਦਾ ਨਿਰਮਾਣ ਹੁੰਦਾ ਹੈ ਜਾਂ ਟਾਵਰ ਲਗਾਏ ਜਾਂਦੇ ਹੈ, ਪੋਲ ਲਗਾਏ ਜਾਂਦੇ ਨੇ, ਤਾਂ ਉਹਨਾਂ ਸਾਰਿਆਂ ਦੇ ਵਿੱਚ ਧਾਤਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਇਹਨਾਂ ਦੀ ਕਠੋਰਤਾ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਅਧਾਤਾਂ ਦੀ, ਅਧਾਤਾਂ ਦੇ ਵਿੱਚ ਜੇ ਕਠੋਰਤਾ ਦਾ ਜਿਹੜਾ ਗੁਣ ਹੈ ਤਾਂ ਇਹ ਬਹੁਤ ਘੱਟ ਹੁੰਦਾ ਹੈ। ਆਮ ਤੌਰ ਤੇ ਅਧਾਤਾਂ ਭੁਰਭੁਰੀਆਂ ਹੁੰਦੀਆਂ ਨੇ, ਭਾਵ ਇਹ ਸਖਤ ਨਹੀਂ ਹੁੰਦੀਆਂ। ਪਰ ਇੱਕ ਕੇਸ ਹੈ ਹੀਰੇ ਦਾ। ਜਿਹੜਾ ਹੀਰਾ ਹੈ ਇਹ ਅਧਾਤ ਹੈ, ਪਰ ਇੱਕ ਬੜਾ ਸਖਤ ਪਦਾਰਥ ਹੁੰਦਾ ਹੈ ਅਧਾਤਾਂ ਦੇ ਵਿੱਚ। ਬਾਕੀ ਸਾਰੀਆਂ ਅਧਾਤਾਂ ਆਮ ਤੌਰ ਤੇ ਭੁਰਭੁਰੀਆਂ ਹੁੰਦੀਆਂ ਹਨ। ਤਾਂ ਅਗਲਾ ਜਿਹੜਾ ਭੌਤਿਕ ਗੁਣ ਸਾਡੇ ਕੋਲ ਆਉਂਦਾ ਹੈ ਉਹ ਹੈ ਧੁਨਿਕ। ਧੁਨਿਕ ਦਾ ਕੀ ਮਤਲਬ ਹੈ? ਧੁਨਿਕ ਦਾ ਭਾਵ ਹੈ ਆਵਾਜ਼ ਪੈਦਾ ਕਰਨਾ। ਧਾਤਾਂ ਆਵਾਜ਼ ਪੈਦਾ ਕਰਦੀਆਂ ਹਨ। ਤੁਸੀਂ ਤੁਹਾਡੇ ਸਕੂਲ ਦੇ ਵਿੱਚ ਸਕੂਲ ਦੀ ਘੰਟੀ ਦੇਖੀ ਹੋਵੇਗੀ। ਪਿਆਰੇ ਵਿਦਿਆਰਥੀਓ, ਉਹ ਕਿਸੇ ਧਾਤ ਦੇ ਟੁਕੜੇ ਦੀ ਬਣੀ ਹੁੰਦੀ ਹੈ। ਤੁਸੀਂ ਕਦੇ ਲੱਕੜ ਦੀ ਕੋਈ ਸਕੂਲ ਬੈਲ ਨਹੀਂ ਦੇਖੀ ਹੋਊਗੀ ਜਾਂ ਪਲਾਸਟਿਕ ਦੀ ਕੋਈ ਸਕੂਲ ਬੈਲ ਨਹੀਂ ਦੇਖੀ ਹੋਵੇਗੀ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੋ ਧਾਤਾਂ ਨੇ, ਧਾਤਾਂ ਆਵਾਜ਼ ਪੈਦਾ ਕਰਦੀਆਂ ਨੇ। ਇਸੇ ਲਈ ਜਿਹੜੀ ਸਕੂਲ ਬੈਲ ਹੈ ਅਸੀਂ ਉਸ ਦੇ ਵਿੱਚ ਧਾਤ ਦਾ ਇਸਤੇਮਾਲ ਕਰਦੇ ਹਾਂ। ਇਸੇ ਤਰ੍ਹਾਂ ਤੁਸੀਂ ਸਿਤਾਰ ਦੇਖੀ ਹੋਵੇਗੀ,
ਤੁਸੀਂ ਗਿਟਾਰ ਦੇਖੀ ਹੋਵੇਗੀ, ਜੋ ਹਾਰਮੋਨੀਅਮ ਜਿਹੜਾ ਹੈ ਸੰਗੀਤ ਦੇ ਜਿਹੜੇ ਇਹ ਇੰਸਟਰੂਮੈਂਟਸ ਨੇ। ਅਤੇ ਤੁਸੀਂ ਬਿਜਲੀ ਜਿਹੜੇ ਮੰਦਰ ਹੁੰਦੇ ਆ, ਮੰਦਰਾਂ ਦੇ ਵਿੱਚ ਘੰਟੀ ਦੇਖੀ ਹੋਵੇਗੀ ਜਾਂ ਬਿਜਲੀ ਦੀ ਜਿਹੜੀ ਬੈਲ ਦੇਖੀ ਹੋਵੇਗੀ। ਤਾਂ ਇਹਨਾਂ ਸਾਰਿਆਂ ਦੇ ਵਿੱਚ ਆਵਾਜ਼ ਪੈਦਾ ਕਰਨ ਦੇ ਲਈ ਅਸੀਂ ਕਿਸੇ ਨਾ ਕਿਸੇ ਧਾਤ ਦਾ ਇਸਤੇਮਾਲ ਕਰਦੇ ਹਾਂ, ਕਿਉਂਕਿ ਧਾਤਾਂ ਆਵਾਜ਼ ਪੈਦਾ ਕਰਦੀਆਂ ਨੇ। ਪਰ ਜੇ ਅਸੀਂ ਅਧਾਤਾਂ ਦੀ ਗੱਲ ਕਰੀਏ, ਤੁਸੀਂ ਕੋਲੇ ਦੀ ਵਰਤੋਂ ਕਰੋ ਇਹਨਾਂ ਦੀ ਜਗ੍ਹਾ ਤੇ, ਜਾਂ ਕਿਸੇ ਗੰਧਕ ਦੀ ਵਰਤੋਂ ਕਰੋ, ਤਾਂ ਉੱਥੇ ਜਿਹੜੀ ਆਵਾਜ਼ ਹੈ ਉਹ ਪੈਦਾ ਨਹੀਂ ਹੋਵੇਗੀ। ਤਾਂ ਇਹਦਾ ਜਿਹੜਾ ਹੈ ਨਿਚੋੜ ਇਹ ਨਿਕਲਦਾ ਹੈ ਕਿ ਧਾਤਾਂ ਆਵਾਜ਼ ਪੈਦਾ ਕਰਦੀਆਂ ਹਨ, ਅਧਾਤਾਂ ਆਵਾਜ਼ ਪੈਦਾ ਨਹੀਂ ਕਰਦੀਆਂ। ਤਾਂ ਇਹ ਗੁਣ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ। ਅਗਲਾ ਜਿਹੜਾ ਗੁਣ ਹੈ ਉਹ ਹੈ ਇਹਨਾਂ ਦੀ ਦਿੱਖ, ਭਾਵ ਇਹ ਦੇਖਣ ਨੂੰ ਕਿਸ ਤਰ੍ਹਾਂ ਦੀਆਂ ਨੇ। ਜਦੋਂ ਅਸੀਂ ਕੁਝ ਧਾਤਾਂ ਦੀ ਗੱਲ ਕਰੀਏ, ਧਾਤਾਂ ਦੀ ਜਿਹੜੀ ਦਿੱਖ ਹੈ ਉਹ ਚਮਕਦਾਰ ਹੈ। ਤੁਸੀਂ ਦੇਖਿਆ ਹੋਵੇਗਾ ਸੋਨਾ ਹੈ, ਚਾਂਦੀ ਹੈ, ਲੋਹਾ ਹੈ, ਐਲੂਮੀਨੀਅਮ ਹੈ, ਮੈਗਨੀਸ਼ੀਅਮ ਹੈ, ਇਹ ਸਾਰੀਆਂ ਧਾਤਾਂ ਚਮਕਦਾਰ ਨੇ, ਚਮਕੀਲੀਆਂ ਨੇ। ਔਰ ਇਹੀ ਕਾਰਨ ਹੈ ਕਿ ਜਿਹੜਾ ਸੋਨਾ ਹੈ, ਚਾਂਦੀ ਹੈ, ਇਹਨਾਂ ਦੀ ਜਿਹੜੀ ਦਿੱਖ ਹੈ ਉਹ ਸਭ ਤੋਂ ਚਮਕਦਾਰ ਹੈ, ਇਸੇ ਲਈ ਇਹਨਾਂ ਦੇ ਗਹਿਣੇ ਬਣਾਏ ਜਾਂਦੇ ਹਨ। ਪਰ ਜੇ ਅਸੀਂ ਅਧਾਤਾਂ ਦੀ ਗੱਲ ਕਰੀਏ ਤਾਂ ਅਧਾਤਾਂ ਚਮਕਦਾਰ ਨਹੀਂ ਹੁੰਦੀਆਂ। ਤੁਸੀਂ ਕੋਲਾ ਦੇਖਿਆ ਹੋਵੇਗਾ, ਤੁਸੀਂ ਗੰਧਕ ਦੇਖਿਆ ਹੋਵੇਗਾ, ਇਹ ਚਮਕਦਾਰ ਨਹੀਂ ਹੁੰਦੇ। ਸਿਰਫ ਇੱਕ ਅਧਾਤ ਹੈ ਜੋ ਕਿ ਚਮਕਦਾਰ ਹੁੰਦੀ ਹੈ, ਆਇਓਡੀਨ। ਤੁਸੀਂ ਇੱਥੇ ਚਿੱਤਰ ਦੇ ਵਿੱਚ ਵੀ ਦੇਖ ਰਹੇ ਹੋ। ਤਾਂ ਜਿਹੜੀ ਆਇਓਡੀਨ ਅਧਾਤ ਹੈ ਉਹ ਸਿਰਫ ਚਮਕਦਾਰ ਹੈ, ਬਾਕੀ ਜਿਹੜੀਆਂ ਧਾਤਾਂ ਨੇ ਉਹ ਚਮਕਦਾਰ ਨਹੀਂ ਹੁੰਦੀਆਂ ਤੇ ਧਾਤਾਂ ਚਮਕਦਾਰ ਹੁੰਦੀਆਂ ਹਨ। ਅਗਲਾ ਜਿਹੜਾ ਹੈ ਇਹਨਾਂ ਦੀ ਅਵਸਥਾ। ਅਵਸਥਾ ਹੈ ਮਤਲਬ ਇਹ ਕਿਸ ਰੂਪ ਦੇ ਵਿੱਚ ਸਾਨੂੰ ਮਿਲਦੇ ਹੈ। ਅਵਸਥਾ ਕਿਹੜੀ ਹੈ, ਠੋਸ ਹੈ, ਤਰਲ ਹੈ ਜਾਂ ਗੈਸ ਹੈ। ਜੇ ਅਸੀਂ ਧਾਤਾਂ ਦੀ ਗੱਲ ਕਰੀਏ ਤਾਂ ਧਾਤਾਂ ਆਮ ਤੌਰ ਤੇ ਠੋਸ ਹੁੰਦੀਆਂ ਹਨ। ਲੋਹਾ, ਸੋਨਾ, ਚਾਂਦੀ, ਇਹ ਸਾਰੇ ਠੋਸ ਰੂਪ ਦੇ ਵਿੱਚ ਹੁੰਦੇ ਨੇ। ਪਰ ਇੱਕ ਇਸ ਤਰ੍ਹਾਂ ਦੀ ਧਾਤ ਹੈ ਜੋ ਸਧਾਰਨ ਕਮਰੇ ਦੇ ਤਾਪਮਾਨ ਤੇ ਤਰਲ ਹੁੰਦੀ ਹੈ। ਜਿਵੇਂ ਤੁਸੀਂ ਇਸ ਚਿੱਤਰ ਦੇ ਵਿੱਚ ਦੇਖ ਰਹੇ ਹੋ, ਤਾਂ ਇਹ ਪਾਣੀ ਦੀ ਤਰ੍ਹਾਂ ਜਿਹੜੀ ਲੱਗਣ ਵਾਲੀ ਇੱਕ ਧਾਤ ਹੈ। ਇਸ ਧਾਤ ਦਾ ਨਾਮ ਹੁੰਦਾ ਹੈ ਪਾਰਾ, ਜਿਸ ਨੂੰ ਅਸੀਂ ਮਰਕਰੀ ਵੀ ਕਹਿੰਦੇ ਹਾਂ। ਜੇ ਅਸੀਂ ਅਧਾਤਾਂ ਦੀ ਗੱਲ ਕਰੀਏ ਤਾਂ ਅਧਾਤਾਂ ਦੀ ਜਿਹੜੀ ਅਵਸਥਾ ਹੈ, ਅਧਾਤਾਂ ਆਮ ਤੌਰ ਤੇ ਠੋਸ, ਤਰਲ ਅਤੇ ਗੈਸ, ਇਹ ਤਿੰਨੇ ਅਵਸਥਾਵਾਂ ਦੇ ਵਿੱਚ ਮਿਲਦੀਆਂ ਨੇ। ਕੁਝ ਧਾਤਾਂ ਸਾਨੂੰ ਠੋਸ ਰੂਪ ਵਿੱਚ ਮਿਲਦੀਆਂ ਨੇ, ਜਿਵੇਂ ਕਾਰਬਨ ਹੈ, ਸਲਫਰ ਹੈ, ਅਤੇ ਕੁਝ ਧਾਤਾਂ ਸਾਨੂੰ ਗੈਸ ਰੂਪ ਦੇ ਵਿੱਚ ਵੀ ਮਿਲਦੀਆਂ ਨੇ, ਜਿਵੇਂ ਆਕਸੀਜਨ ਹੈ, ਨਾਈਟ੍ਰੋਜਨ ਹੈ। ਔਰ ਇੱਕ ਧਾਤ ਇਸ ਤਰ੍ਹਾਂ ਦੀ ਹੈ ਜੋ ਕਿ ਤਰਲ ਹੁੰਦੀ ਹੈ, ਬਰੋਮੀਨ। ਬਰੋਮੀਨ ਧਾਤ ਅਧਾਤ ਹੈ, ਪਰ ਇਹ ਤਰਲ ਰੂਪ ਦੇ ਵਿੱਚ ਅਵੇਲੇਬਲ ਹੈ। ਇਸ ਚਿੱਤਰ ਦੇ ਵਿੱਚ ਤੁਸੀਂ ਦੇਖ ਰਹੇ ਹੋ। ਅਗਲਾ ਜਿਹੜਾ ਗੁਣ ਆਂਦਾ ਹੈ, ਪਿਆਰੇ ਵਿਦਿਆਰਥੀਓ, ਇਹ ਕੁਝ ਗੁਣ ਸੀ ਜੋ ਅਸੀਂ ਇੱਥੇ ਡਿਸਕਸ ਕੀਤੇ ਹੈ। ਤਾਂ ਇਹਨਾਂ ਗੁਣਾਂ ਦੇ ਨਾਲ ਸੰਬੰਧਿਤ ਪੇਪਰ ਦੇ ਵਿੱਚ ਧਾਤਾਂ ਅਤੇ ਅਧਾਤਾਂ ਵਿਚਕਾਰ ਅੰਤਰ ਹੈ ਜਿਹੜਾ ਉਹ ਪੁੱਛਿਆ ਜਾ ਸਕਦਾ ਹੈ। ਤਾਂ ਹੁਣ ਅਸੀਂ 7 ਗੁਣ, ਭੌਤਿਕ ਗੁਣ ਲਗਭਗ ਅਸੀਂ ਇੱਥੇ ਡਿਸਕਸ ਕੀਤੇ ਨੇ। ਉਹਨਾਂ 7 ਗੁਣਾਂ ਨੂੰ ਤੁਸੀਂ ਇੱਕ ਇੱਕ ਕਰਕੇ ਧਾਤਾਂ ਅਤੇ ਅਧਾਤਾਂ ਦੇ ਵਿਚਕਾਰ ਅੰਤਰ ਸਪਸ਼ਟ ਕਰਨ ਦੇ ਲਈ ਉਹਨਾਂ ਨੂੰ ਲਿਖ ਸਕਦੇ ਹੋ। 5 ਨੰਬਰ ਦਾ ਜਿਹੜਾ ਪ੍ਰਸ਼ਨ ਹੈ ਉਸ 'ਚ ਘੱਟੋ ਘੱਟ ਤੁਸੀਂ 5 ਪੁਆਇੰਟ ਲਿਖਣੇ ਹੁੰਦੇ ਹਨ। ਅੱਗੇ ਸਾਡੇ ਕੋਲ ਆਂਦਾ ਹੈ ਇਹਨਾਂ ਦੀ ਵਰਤੋਂ ਕਿੱਥੇ ਹੁੰਦੀ ਹੈ। ਧਾਤਾਂ ਨੂੰ ਅਸੀਂ ਕਿੱਥੇ ਵਰਤਦੇ ਹਾਂ, ਅਧਾਤਾਂ ਨੂੰ ਅਸੀਂ ਕਿੱਥੇ ਵਰਤਦੇ ਹਾਂ। ਤਾਂ ਜੇ ਅਸੀਂ ਇਹਦੇ ਲਈ ਦੇਖੀਏ ਤਾਂ ਜਿਹੜੀਆਂ ਧਾਤਾਂ ਨੇ, ਧਾਤਾਂ ਕਠੋਰ ਨੇ, ਧਾਤਾਂ ਲਚਕੀਲੀਆਂ ਨੇ, ਧਾਤਾਂ ਖਿੱਚਣਯੋਗ ਨੇ, ਧਾਤਾਂ ਕੁੱਟਣਯੋਗ ਨੇ। ਔਰ ਇਹੀ ਕਾਰਨ ਹੈ ਕਿ ਅਸੀਂ ਉਹਨਾਂ ਨੂੰ ਮਸ਼ੀਨਾਂ ਬਣਾਉਣ ਦੇ ਲਈ ਵਰਤਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਉਹਨਾਂ ਨੂੰ ਮੋਟਰ ਗੱਡੀਆਂ ਬਣਾਉਣ ਦੇ ਲਈ ਵਰਤਦੇ ਹਾਂ, ਹਵਾਈ ਜਹਾਜ਼ ਬਣਾਉਣ ਦੇ ਲਈ ਵਰਤਦੇ ਹਾਂ। ਇਸੇ ਤਰ੍ਹਾਂ ਜਿਹੜੇ ਉਪਗ੍ਰਹਿ ਨੇ ਉਹ ਵੀ
ਧਾਤਾਂ ਦੇ ਬਣਾਏ ਜਾਂਦੇ ਹਨ। ਹਲਕੀਆਂ ਧਾਤਾਂ ਨੂੰ ਇਹਨਾਂ ਦੇ ਵਿੱਚ ਪਹਿਲ ਦਿੱਤੀ ਜਾਂਦੀ ਹੈ। ਤਾਂ ਉਪਗ੍ਰਹਿ ਪਿਆਰੇ ਵਿਦਿਆਰਥੀਓ ਤੁਹਾਨੂੰ ਪਤਾ ਹੋਵੇਗਾ ਕਿ ਜਿਹੜੇ ਉਪਗ੍ਰਹਿ ਨੇ ਇਹਨਾਂ ਨੂੰ ਪੁਲਾੜ ਦੇ ਵਿੱਚ ਲਾਂਚ ਕੀਤਾ ਜਾਂਦਾ ਹੈ ਮਨੁੱਖ ਦੁਆਰਾ। ਕੁਝ ਕੁਦਰਤੀ ਉਪਗ੍ਰਹਿ ਵੀ ਹੁੰਦੇ ਹਨ ਜਿਵੇਂ ਚੰਦਰਮਾ ਹੈ। ਇਹਨਾਂ ਨੂੰ ਤੁਸੀਂ ਅੱਗੇ ਇੱਕ ਪਾਠ ਪੜ੍ਹੋਗੇ ਤਾਰੇ ਅਤੇ ਸੂਰਜੀ ਪਰਿਵਾਰ, ਉਹਨਾਂ ਦੇ ਵਿੱਚ ਉਪਗ੍ਰਹਿਾਂ ਬਾਰੇ ਤੁਸੀਂ ਸਮਝੋਗੇ ਡਿਟੇਲ ਦੇ ਵਿੱਚ। ਪਰ ਇੱਥੇ ਅਸੀਂ ਸਿਰਫ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਉਪਗ੍ਰਹਿ ਨੇ ਉਹਨਾਂ ਦੀ ਜਿਹੜੀ ਬਣਤਰ ਹੈ ਉਹਨਾਂ ਨੂੰ ਬਣਾਉਣ ਦੇ ਲਈ 20 ਧਾਤਾਂ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਉਦਯੋਗਿਕ ਸਾਜੋ ਸਮਾਨ ਬਣਾਉਣ ਦੇ ਲਈ, ਖਾਣਾ ਬਣਾਉਣ ਦੇ ਜਿਹੜੇ ਬਰਤਨ ਨੇ ਉਹਨਾਂ ਦੇ ਨਿਰਮਾਣ ਲਈ ਵੀ ਅਸੀਂ ਧਾਤਾਂ ਦੀ ਵਰਤੋਂ ਕਰਦੇ ਹਾਂ। ਹੁਣ ਖਾਣਾ ਬਣਾਉਣ ਦੇ ਬਰਤਨ ਦੇ ਲਈ ਇਸ ਲਈ ਵਰਤੇ ਜਾਂਦੇ ਆ ਕਿਉਂਕਿ ਧਾਤਾਂ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਨੇ, ਤਾਪ ਦੀਆਂ ਵਧੀਆ ਸੁਚਾਲਕ ਨੇ। ਪਾਣੀ ਦੇ ਬਾਇਲਰ ਨੇ, ਉਹਨਾਂ ਦੇ ਨਿਰਮਾਣ ਲਈ ਵੀ ਅਸੀਂ ਇਹਨਾਂ ਨੂੰ ਵਰਤਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਇਹਨਾਂ ਦੇ ਵਰਤੋਂ ਜਾਂ ਉਪਯੋਗ ਦੇ ਸਿਰਫ ਇਹੀ ਨਹੀਂ, ਤੁਹਾਡੀ ਡੇਲੀ ਲਾਈਫ ਵਿੱਚ ਇਸ ਤੋਂ ਇਲਾਵਾ ਕੁਝ ਹੋਰ ਵੀ ਹੋ ਸਕਦੇ ਹਨ। ਉਹ ਵੀ ਤੁਸੀਂ ਆਪਣੀ ਲਾਈਫ ਦੇ ਵਿੱਚੋਂ ਚੱਕ ਕੇ ਆਪਣੀ ਕਾਪੀ ਦੇ ਵਿੱਚ ਨੋਟ ਕਰਨੇ ਨੇ। ਦੂਸਰੇ ਪਾਸੇ ਅਸੀਂ ਅਧਾਤਾਂ ਦੀ ਗੱਲ ਕਰੀਏ ਤਾਂ ਅਧਾਤਾਂ ਦੀ ਜਿਹੜੀ ਵਰਤੋਂ ਹੈ ਉਹ ਅਸੀਂ ਕਿੱਥੇ ਕਰਦੇ ਹਾਂ। ਇੱਕ ਅਧਾਤ ਹੈ ਜਿਹੜੀ ਸਾਡੇ ਲਈ ਬੜੀ ਜ਼ਰੂਰੀ ਹੈ, ਆਕਸੀਜਨ, ਕਿਉਂਕਿ ਅਸੀਂ ਸਾਹ ਰਾਹੀਂ ਇਸ ਗੈਸ ਨੂੰ ਅਸੀਂ ਅੰਦਰ ਲੈ ਕੇ ਜਾਂਦੇ ਹਾਂ ਔਰ ਇਹ ਅਧਾਤ ਹੈ। ਦੂਸਰੀ ਜਿਹੜੀ ਇਸ ਦੀ ਵਰਤੋਂ ਹੈ, ਜਿਹੜੇ ਪੌਦੇ ਨੇ ਉਹ ਖਾਦਾਂ ਦੇ ਤੌਰ ਤੇ ਵਰਤਦੇ ਨੇ, ਜਿਵੇਂ ਫਾਸਫੋਰਸ ਹੈ, ਇਹਨਾਂ ਨੂੰ ਖਾਦਾਂ ਦੇ ਤੌਰ ਤੇ ਪੌਦੇ ਜਿਹੜੇ ਹੈ ਉਹ ਵਰਤਦੇ ਨੇ। ਜਿਹੜੀ ਗ੍ਰੇਫਾਈਟ ਦੀ ਅਸੀਂ ਗੱਲ ਕੀਤੀ ਸੀ, ਉਹ ਸੈੱਲ ਦੇ ਵਿੱਚ ਬੈਟਰੀਆਂ ਦੇ ਜਿਹੜੇ ਇਲੈਕਟ੍ਰੋਡ ਨੇ ਉਹਨਾਂ ਦੇ ਤੌਰ ਤੇ ਵਰਤਿਆ ਜਾਂਦਾ ਹੈ ਕਿਉਂਕਿ ਇਹ ਬਿਜਲੀ ਦਾ ਜਿਹੜਾ ਇੱਕ ਵਧੀਆ ਸੁਚਾਲਕ ਹੁੰਦਾ ਹੈ। ਅਧਾਤ ਹੈ ਜਿਹੜੀ ਕਲੋਰੀਨ, ਇੱਕ ਅਧਾਤ ਹੈ ਕਲੋਰੀਨ, ਜਿਸ ਨੂੰ ਅਸੀਂ ਰੋਗਾਣੂ ਨਾਸ਼ਕ ਦੇ ਤੌਰ ਤੇ ਵਰਤਦੇ ਹਾਂ। ਜੇ ਕੋਈ ਪਾਣੀ ਹੈ ਉਸ ਦੇ ਵਿੱਚ ਰੋਗਾਣੂ ਨੇ, ਅਸੀਂ ਉਸ ਨੂੰ ਪੀਣ ਯੋਗ ਬਣਾਉਣਾ ਹੈ ਤਾਂ ਅਸੀਂ ਉਸ ਨੂੰ ਫਿਲਟਰ ਕਰਨ ਤੋਂ ਬਾਅਦ ਕਲੋਰੀਨ ਦੀਆਂ ਕੁਝ ਬੂੰਦਾਂ ਉਸ ਦੇ ਵਿੱਚ ਪਾ ਦਿੰਦੇ ਹਾਂ ਔਰ ਕਲੋਰੀਨ ਉਸ ਦੇ ਅੰਦਰ ਜਿਹੜੇ ਰੋਗਾਣੂ ਸੀ ਉਹਨਾਂ ਨੂੰ ਜਿਹੜਾ ਹੈ ਮਾਰ ਦਿੰਦਾ ਹੈ। ਤਾਂ ਅਸੀਂ ਅਧਾਤ ਕਲੋਰੀਨ ਨੂੰ ਰੋਗਾਣੂ ਨਾਸ਼ਕ ਦੇ ਤੌਰ ਤੇ ਵਰਤ ਸਕਦੇ ਹਾਂ। ਇਸ ਤੋਂ ਬਾਅਦ ਹੀਰਾ ਜਿਹੜਾ ਹੈ ਸਾਰਿਆਂ ਨੂੰ ਪਤਾ ਹੋਵੇਗਾ, ਇਸ ਦੀ ਵਰਤੋਂ ਗਹਿਣਿਆਂ ਦੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਬੜਾ ਸਖਤ ਪਦਾਰਥ ਹੈ, ਇਸ ਲਈ ਇਸ ਦਾ ਉਪਯੋਗ ਇੱਕ ਤਾਂ ਸ਼ੀਸ਼ਾ ਕੱਟਣ ਦੇ ਲਈ ਕੀਤਾ ਜਾਂਦਾ ਹੈ, ਇੱਕ ਜਿਹੜੇ ਪਹਾੜ ਕੱਟਣ ਦੇ ਲਈ ਜਿਹੜੀਆਂ ਡਰਿਲ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਇਸ ਦਾ ਜਿਹੜਾ ਇਸਤੇਮਾਲ ਹੈ ਉਹ ਕੀਤਾ ਜਾਂਦਾ ਹੈ। ਫਾਸਫੋਰਸ ਅਧਾਤ ਹੈ, ਉਸ ਦਾ ਉਪਯੋਗ ਪਟਾਕੇ ਬਣਾਉਣ ਦੇ ਲਈ ਵੀ ਕੀਤਾ ਜਾਂਦਾ ਹੈ। ਪਰ ਇਸੇ ਤਰ੍ਹਾਂ ਜਿਹੜੀ ਨਾਈਟ੍ਰੋਜਨ ਹੈ, ਨਾਈਟ੍ਰੋਜਨ ਦੇ ਜਿਹੜੇ ਯੌਗਿਕ ਨੇ ਉਸ ਨੂੰ ਪੌਦੇ ਆਪਣੇ ਜ਼ਮੀਨ ਦੇ ਵਿੱਚੋਂ ਸੋਖ ਕੇ ਪੌਦੇ ਇਸ ਨੂੰ ਵਰਤਦੇ ਆ। ਤਾਂ ਇਹ ਕੁਝ ਅਧਾਤਾਂ ਸੀ ਜਿਨ੍ਹਾਂ ਦਾ ਜਿਹੜਾ ਉਪਯੋਗ ਹੈ ਅਸੀਂ ਆਪਣੀ ਡੇਲੀ ਜਿਹੜੀ ਲਾਈਫ ਹੈ, ਰੋਜ਼ਮर्रा ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦੇ ਵਿੱਚ ਕਰਦੇ ਹਾਂ। ਇਹ ਅਸੀਂ ਤਾਂ ਡਿਸਕਸ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਧਾਤਾਂ ਅਤੇ ਅਧਾਤਾਂ ਦੇ ਵਿਚਕਾਰ ਦਾ ਜਿਹੜਾ ਫਰਕ ਹੈ ਉਹ ਫਰਕ ਮਹਿਸੂਸ ਹੋਵੇ, ਫਰਕ ਪਤਾ ਲੱਗੇ। ਇਸ ਤੋਂ ਬਾਅਦ ਹੁਣ ਜਿੰਨੇ ਅਸੀਂ ਭੌਤਿਕ ਗੁਣ ਪੜ੍ਹੇ ਹਨ, ਇਹਨਾਂ ਦੀ ਵਰਤੋਂ ਪੜ੍ਹੀ ਹੈ, ਉਸ ਦੇ ਆਧਾਰ ਤੇ ਇਹ ਕੁਝ ਸਿਲੈਕਟਿਵ ਪ੍ਰਸ਼ਨ ਨੇ ਜਿਹੜੇ ਬਹੁਤ ਵਾਰ ਪ੍ਰੀਖਿਆਵਾਂ ਦੇ ਵਿੱਚ ਪੁੱਛੇ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਕੁਇਜ਼ ਕੰਪੀਟੀਸ਼ਨ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ। ਤਾਂ ਇਹਨਾਂ ਨੂੰ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜੇ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਹੈ, ਸਧਾਰਨ ਕਮਰੇ ਦੇ ਤਾਪਮਾਨ ਤੇ ਕਿਸੇ ਤਰਲ ਧਾਤ ਦਾ ਨਾਮ ਦੱਸੋ। ਮਤਲਬ ਉਹ ਮੈਟਲ ਦੱਸਣੀ ਹੈ, ਲਿਕੁਇਡ ਜਿਹੜੀ ਤਰਲ ਅਵਸਥਾ ਦੇ ਵਿੱਚ ਹੈ ਉਸ ਦਾ ਨਾਮ ਹੁੰਦਾ ਹੈ ਪਾਰਾ, ਔਰ ਇਸ ਨੂੰ ਅਸੀਂ ਮਰਕਰੀ ਵੀ ਬੋਲਦੇ ਹਾਂ। ਦੂਸਰਾ ਜਿਹੜਾ ਪ੍ਰਸ਼ਨ ਹੈ ਉਹ ਤਰਲ ਅਧਾਤ ਦੱਸਣੀ ਹੈ। ਜੇ ਤਾਂ ਧਾਤ ਪੁੱਛਿਆ ਹੈ ਫਿਰ ਤਾਂ ਪਾਰਾ ਹੈ, ਜੇ ਅਧਾਤ ਪੁੱਛਿਆ ਹੈ ਫਿਰ ਉਹ ਹੁੰਦਾ ਹੈ ਬ੍ਰੋਮੀਨ। ਸਿਰਫ ਇੱਕੋ ਹੀ ਧਾਤ ਹੈ ਜਿਹੜੀ ਸਧਾਰਨ ਤਾਪਮਾਨ ਤੇ ਤਰਲ ਅਵਸਥਾ ਦੇ ਵਿੱਚ ਮਿਲਦੀ ਹੈ,
ਉਹ ਹੈ ਬਰੋਮੀਨ, ਔਰ ਇੱਕੋ ਹੀ ਧਾਤ ਸੀ ਜਿਹੜੀ ਸਧਾਰਨ ਤਾਪਮਾਨ ਤੇ ਤਰਲ ਅਵਸਥਾ 'ਚ ਮਿਲਦੀ ਹੈ, ਉਹ ਹੈ ਪਾਰਾ। ਤੀਸਰਾ ਜਿਹੜਾ ਪ੍ਰਸ਼ਨ ਹੈ, ਸਭ ਤੋਂ ਜ਼ਿਆਦਾ ਖਿੱਚਣਯੋਗ ਧਾਤ। ਤਾਂ ਸਭ ਤੋਂ ਜ਼ਿਆਦਾ ਖਿੱਚਣਯੋਗ ਧਾਤ ਉਹ ਹੁੰਦੀ ਹੈ ਸੋਨਾ। ਸਭ ਤੋਂ ਜ਼ਿਆਦਾ ਖਿੱਚਣਯੋਗ ਵੀ ਸੋਨਾ ਹੈ, ਸਭ ਤੋਂ ਜ਼ਿਆਦਾ ਕੁੱਟਣਯੋਗ ਧਾਤ ਉਹ ਵੀ ਸੋਨਾ ਹੀ ਹੈ। ਸਭ ਤੋਂ ਵਧੀਆ ਚਾਲਕ ਧਾਤ ਦਾ ਨਾਂ ਦੱਸੋ। ਸਭ ਤੋਂ ਵਧੀਆ ਚਾਲਕ ਹੈ ਚਾਂਦੀ। ਚਾਂਦੀ ਤੋਂ ਬਾਅਦ ਤਾਂਬਾ ਤੇ ਐਲੂਮੀਨੀਅਮ ਇਹ ਆਉਂਦੇ ਹੈ, ਔਰ ਇਹੀ ਕਾਰਨ ਹੈ ਕਿ ਤਾਂਬੇ ਅਤੇ ਐਲੂਮੀਨੀਅਮ ਨੂੰ ਅਸੀਂ ਤਾਰਾਂ ਜਿਹੜੀਆਂ ਨੇ ਬਿਜਲੀ ਦੀਆਂ ਉਹਨਾਂ ਦੇ ਤੌਰ ਤੇ ਵਰਤਦੇ ਹਾਂ। ਅਸੀਂ ਚਾਂਦੀ ਦੀਆਂ ਤਾਰਾਂ ਨਹੀਂ ਬਣਾ ਸਕਦੇ ਕਿਉਂਕਿ ਇਹ ਆਸਾਨੀ ਨਾਲ ਉਪਲਬਧ ਨਹੀਂ ਹੁੰਦੀ। ਤਾਂਬਾ ਤੇ ਐਲੂਮੀਨੀਅਮ ਉਹ ਆਸਾਨੀ ਨਾਲ ਉਪਲਬਧ ਹੋ ਜਾਂਦੇ ਹੈ, ਇਸ ਲਈ ਉਹਨਾਂ ਦਾ ਜਿਹੜਾ ਇਸਤੇਮਾਲ ਹੈ ਅਸੀਂ ਘਰਾਂ ਦੇ ਵਿੱਚ ਤਾਰਾਂ ਦੇ ਜਿਹੜੀ ਲਈ ਵਰਤਦੇ ਹਾਂ ਅਸੀਂ ਉਹਨਾਂ ਨੂੰ। ਅਗਲਾ ਜਿਹੜਾ ਪ੍ਰਸ਼ਨ ਆਉਂਦਾ ਹੈ ਸਾਡੇ ਕੋਲ, ਪੰਜਵਾਂ ਪ੍ਰਸ਼ਨ ਹੈ, ਕਿਸੇ ਧਾਤ ਦਾ ਨਾਂ ਦੱਸੋ ਜਿਸ ਨੂੰ ਅਸੀਂ ਚਾਕੂ ਨਾਲ ਕੱਟ ਸਕਦੇ ਹਾਂ। ਤਾਂ ਉਹ ਧਾਤ ਕਿਹੜੀ ਹੈ ਪਿਆਰੇ ਵਿਦਿਆਰਥੀਓ, ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈ, ਸੋਡੀਅਮ ਅਤੇ ਪੋਟਾਸ਼ੀਅਮ। ਸਿਰਫ ਦੋ ਧਾਤਾਂ ਇਸ ਤਰ੍ਹਾਂ ਦੀਆਂ ਹਨ ਜੋ ਨਰਮ ਧਾਤਾਂ ਹਨ, ਇਹਨਾਂ ਨੂੰ ਚਾਕੂ ਦੀ ਸਹਾਇਤਾ ਦੇ ਨਾਲ ਕੱਟਿਆ ਜਾ ਸਕਦਾ ਹੈ, ਔਰ ਇਹੀ ਦੋ ਧਾਤਾਂ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਵੀ ਹਨ। ਤਾਂ ਇਹਨਾਂ ਬਾਰੇ ਅਸੀਂ ਅਗਲਾ ਜਿਹੜਾ ਸਾਡਾ ਪਾਠ ਹੋਊਗਾ ਉਸ ਦੇ ਵਿੱਚ ਅਸੀਂ ਇਸ ਨੂੰ ਡਿਸਕਸ ਕਰਾਂਗੇ ਕਿ ਕਿਹੜੀ ਧਾਤ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਹੈ, ਕਿਹੜੀ ਸਭ ਤੋਂ ਘੱਟ ਕਿਰਿਆਸ਼ੀਲ ਹੈ। ਕਿਰਿਆਸ਼ੀਲਤਾ ਜਿਹੜੀ ਲੜੀ ਦੇ ਨਾਲ ਅਸੀਂ ਉਸ ਨੂੰ ਸਮਝ ਸਕਦੇ ਹਾਂ, ਜਿਹੜੀ ਅਸੀਂ ਇਸ ਤੋਂ ਅਗਲੇ ਭਾਗ ਦੇ ਵਿੱਚ ਸਮਝਾਂਗੇ। ਅਗਲਾ ਪ੍ਰਸ਼ਨ ਆਉਂਦਾ ਹੈ, ਥਰਮਾਮੀਟਰ ਵਿੱਚ ਕਿਹੜੀ ਧਾਤ ਵਰਤੀ ਜਾਂਦੀ ਹੈ। ਤਾਂ ਥਰਮਾਮੀਟਰ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ, ਕਈ ਵਾਰ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ ਜਾਂ ਤੁਹਾਨੂੰ ਬੁਖਾਰ ਹੋ ਜਾਂਦਾ ਹੈ ਤਾਂ ਉਦੋਂ ਡਾਕਟਰ ਤੁਹਾਡਾ ਜਿਹੜਾ ਬੁਖਾਰ ਹੈ ਉਸ ਨੂੰ ਥਰਮਾਮੀਟਰ ਨਾਲ ਚੈੱਕ ਕਰਦਾ ਹੈ। ਇਸ ਤੋਂ ਇਲਾਵਾ ਥਰਮਾਮੀਟਰ ਲੈਬ ਦੇ ਵਿੱਚ ਵੀ ਵਰਤੇ ਜਾਂਦੇ ਨੇ। ਤਾਂ ਥਰਮਾਮੀਟਰ ਤਾਪਮਾਨ ਨੂੰ ਮਾਪਣ ਦਾ ਇੱਕ ਯੰਤਰ ਹੁੰਦਾ ਹੈ, ਉਸ ਦੇ ਵਿੱਚ ਵੀ ਧਾਤ ਹੁੰਦੀ ਹੈ। ਉਹ ਕਿਹੜੀ ਧਾਤ ਹੈ? ਪਾਰਾ, ਮਰਕਰੀ, ਕਿਉਂਕਿ ਇਹ ਤਰਲ ਅਵਸਥਾ 'ਚ ਹੈ ਔਰ ਇਸ ਦੀ ਘਣਤਾ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਬਾਕੀਆਂ ਦੇ ਮੁਕਾਬਲੇ, ਇਸੇ ਲਈ ਇਸ ਲਿਕੁਇਡ ਨੂੰ ਅਸੀਂ ਵਰਤਦੇ ਹਾਂ ਹੋਰ ਕਿਸੇ ਲਿਕੁਇਡ ਨੂੰ ਵਰਤਣ ਦੀ ਬਜਾਏ। ਇੱਕ ਕੁਝ ਥਰਮਾਮੀਟਰ ਇਸ ਤਰ੍ਹਾਂ ਦੇ ਵੀ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਐਲਕੋਹਲ ਨੂੰ ਵਰਤਿਆ ਜਾਂਦਾ ਹੈ। ਤਾਂ ਜੇ ਧਾਤ ਦੀ ਗੱਲ ਕੀਤੀ ਹੋਵੇ ਤਾਂ ਧਾਤ ਵਾਲੇ ਜਿਹੜੇ ਨੇ ਉਹ ਧਾਤ ਕਿਹੜੀ ਹੈ? ਪਾਰਾ। ਅਗਲਾ ਜਿਹੜਾ ਪ੍ਰਸ਼ਨ ਹੈ ਉਹ ਹੈ ਕਿ ਉਹ ਕਿਹੜੀ ਅਧਾਤ ਹੈ ਜਿਸ ਨੂੰ ਅਸੀਂ ਰੋਗਾਣੂਨਾਸ਼ਕ ਦੇ ਤੌਰ ਤੇ ਵਰਤ ਸਕਦੇ ਹਾਂ। ਤਾਂ ਉਹ ਰੋਗਾਣੂਨਾਸ਼ਕ ਦੇ ਤੌਰ ਤੇ ਕਲੋਰੀਨ ਜਿਹੜੀ ਅਧਾਤ ਹੈ ਉਸ ਨੂੰ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਪਾਠ ਦੇ ਵਿੱਚੋਂ ਜਿਹੜੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਉਹ ਇਹ ਹੋ ਸਕਦਾ ਹੈ ਕਿ ਅਸੀਂ ਸੋਨਾ, ਚਾਂਦੀ ਇਹਨਾਂ ਨੂੰ ਹੀ ਗਹਿਣੇ ਬਣਾਉਣ ਦੇ ਲਈ ਕਿਉਂ ਵਰਤਦੇ ਹਾਂ। ਤਾਂ ਉਹਦਾ ਉੱਤਰ ਕੀ ਹੋਏਗਾ ਕਿ ਇੱਕ ਤਾਂ ਇਹ ਧਾਤਾਂ ਦੀ ਜਿਹੜੀ ਚਮਕ ਹੈ ਉਹ ਜ਼ਿਆਦਾ ਹੁੰਦੀ ਹੈ, ਦੂਸਰਾ ਇਹ ਹੈ ਕਿ ਇਹਨਾਂ ਦੀ ਜਿਹੜੀ ਕਿਰਿਆਸ਼ੀਲਤਾ ਹੈ ਉਹ ਬਾਕੀ ਧਾਤਾਂ ਦੇ ਮੁਕਾਬਲੇ ਘੱਟ ਹੈ, ਭਾਵ ਉਹਨਾਂ ਦੇ ਕੰਪੈਰੀਜ਼ਨ ਇਹ ਅਕਿਰਿਆਸ਼ੀਲ ਨੇ, ਘੱਟ ਕਿਰਿਆਸ਼ੀਲ ਨੇ, ਚਮਕਦਾਰ ਨੇ, ਇਸੇ ਲਈ ਅਸੀਂ ਇਹਨਾਂ ਨੂੰ ਗਹਿਣੇ ਬਣਾਉਣ ਦੇ ਲਈ ਵਰਤਦੇ ਹਾਂ। ਇੱਕ ਪ੍ਰਸ਼ਨ ਇੱਥੇ ਹੋਰ ਹੋ ਸਕਦਾ ਹੈ ਕਿ ਜਿਹੜੇ ਘਰਾਂ ਦੇ ਵਿੱਚ ਗੀਜ਼ਰ ਵਰਤੇ ਜਾਂਦੇ ਨੇ, ਪਾਣੀ ਗਰਮ ਕਰਨ ਵਾਲੇ ਜਿਹੜੇ ਯੰਤਰ ਵਰਤੇ ਜਾਂਦੇ ਆ, ਉਹਨਾਂ ਦੇ ਵਿੱਚ ਜ਼ਿਆਦਾਤਰ ਧਾਤ ਦੇ ਜਿਹੜੇ ਧਾਤਵੀ ਰੋਡ ਨੇ ਉਹਨਾਂ ਨੂੰ ਵਰਤਿਆ ਜਾਂਦਾ ਹੈ ਇਮਰਜਨ ਰੋਡ ਦੇ ਤੌਰ ਤੇ। ਤਾਂ ਉਹਦਾ ਕਾਰਨ ਕੀ ਹੈ? ਤਾਂ ਉਹਦਾ ਕਾਰਨ ਵੀ ਇਹ ਹੈ ਕਿ ਜਿਹੜੀਆਂ ਧਾਤਾਂ ਨੇ ਉਹ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਨੇ, ਇਸੇ ਲਈ ਧਾਤਾਂ ਨੂੰ ਇਸ ਇਮਰਜਨ ਰੋਡ ਦੇ ਤੌਰ ਤੇ ਵਰਤਿਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਧਿਆਨ ਨਾਲ ਸਮਝੋਗੇ, ਕਰੋਗੇ ਅਤੇ ਭੌਤਿਕ ਗੁਣ ਤੁਹਾਨੂੰ ਸਮਝ ਆ ਗਏ ਹੋਣਗੇ। ਅਗਲੀ ਜਿਹੜੀ ਸਾਡਾ ਭਾਗ ਹੋਏਗਾ ਅਸੀਂ ਉਸ ਦੇ ਵਿੱਚ ਧਾਤਾਂ ਅਤੇ ਅਧਾਤਾਂ ਦੇ
ਜਿਹੜੇ ਰਸਾਇਣਿਕ ਗੁਣ ਨੇ ਉਹਨਾਂ ਬਾਰੇ ਡਿਸਕਸ਼ਨ ਕਰਾਂਗੇ। ਤਾਂ ਹੁਣ ਦਿਓ ਇਜਾਜ਼ਤ। ਧੰਨਵਾਦ।